ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੀ ਵਿਚਾਰ। ਪੰਥਕ ਰਹਿਣੀ, ਲੇਖਕ ਭਾਈ ਹਰਜਿੰਦਰ ਸਿੰਘ ਸਭਰਾ, ਆਵਾਜ਼ ਭਾਈ ਸੰਦੀਪ ਸਿੰਘ ਖਾਲੜਾ। ਗੁਰੂ ਪੰਥ ਅੰਮ੍ਰਿਤ ਸੰਸਕਾਰ, ਤਰਖਾਹ ਲਾਉਣ ਦੀ ਵਿਧੀ, ਗੁਰਮਤਾ ਕਰਨ ਦੀ ਵਿਧੀ, ਸਥਾਨਕ ਫੈਸਲਿਆਂ ਦੀ ਅਪੀਲ। ਵਿਚਾਰ। ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਦੀ ਰਹਿਣੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਸਖਸ਼ੀ ਅਤੇ ਪੰਥਕ ਰਹਿਣੀ ਹੈ। ਸਖਸ਼ੀ ਰਹਿਣੀ ਵਿੱਚ ਸਿੱਖ ਦਾ ਆਪਣਾ ਨਿੱਜੀ ਜੀਵਨ, ਉਸ ਦਾ ਆਪਣਾ ਰਹਿਣ ਸਹਿਣ ਅਤੇ ਹੋਰ ਸਮਾਜਿਕ ਵਰਤੋਂ ਵਿਹਾਰ ਆ ਜਾਂਦੇ ਹਨ। ਪੰਥਕ ਰਹਿਣੀ ਵਿੱਚ ਸਿੱਖ ਨੇ ਆਪਣੀ ਕੌਮ ਅਤੇ ਪੰਥਕ ਜਥੇਬੰਦੀ ਪ੍ਰਤੀ ਸਮਰਪਿਤ ਹੋਣਾ ਹੁੰਦਾ ਹੈ। ਜੇਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਸ਼ਖਸੀ ਅਤੇ ਪੰਥਕ ਰਹਿਣੀ ਇੱਕ ਦੂਜੇ ਦੀਆਂ ਪੂਰਕ ਹਨ। ਸ਼ਖਸੀ ਤੌਰ ਤੇ ਸਿੱਖ ਜਿਹੜਾ ਜੀਵਨ ਜਿਉਂਦਾ ਹੈ ਉਸ ਵਿੱਚ ਗੁਰ ਹੁਕਮਾਂ ਦਾ ਪ੍ਰਭਾਵਸ਼ਾਲੀ ਰੋਲ ਹੁੰਦਾ ਹੈ। ਸ਼ਖਸੀ ਜੀਵਨ ਜਿਉਂਦਿਆਂ ਹੋਇਆਂ ਵੀ ਸਿੱਖ ਹਮੇਸ਼ਾ ਹੀ ਪੰਥਕ ਹਿੱਤਾਂ ਨੂੰ ਪਹਿਲ ਦਿੰਦਾ ਹੈ। ਪੰਥਕ ਰਹਿਣੀ ਸਿੱਖ ਨੇ ਸਾਰੇ ਵਿਵਹਾਰ ਅਤੇ ਆਪਣੀ ਸਮਰਪਿਤ ਭਾਵਨਾ ਆਪਣੇ ਸਮੁੱਚੇ ਪੰਥ ਪ੍ਰਤੀ ਰੱਖਣੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸੋਚ ਸਥਾਪਿਤ ਕਰਨ ਲਈ ਜੋ ਉੱਤਮ ਜ਼ਿੰਮੇਵਾਰੀਆਂ ਗੁਰੂ ਸਾਹਿਬਾਨ ਵੱਲੋਂ ਆਪਣੇ ਖਾਲਸਾ ਪੰਥ ਨੂੰ ਬਖਸ਼ੀਆਂ ਗਈਆਂ ਹਨ, ਉਹਨੂੰ ਖੁਦ ਜਿਉਣਾ ਅਤੇ ਸਮਾਜ ਵਿੱਚ ਸਥਾਪਿਤ ਕਰਨਾ ਖਾਲਸਾ ਪੰਥ ਦੇ ਮਨੋਰਥ ਹਨ। ਪੰਥਕ ਰਹਿਣੀ ਵਿੱਚ ਸਿੱਖਾਂ ਨੇ ਇਹਨਾਂ ਮਨੋਰਥਾਂ ਦੀ ਪੂਰਤੀ ਲਈ ਯਤਨਸ਼ੀਲ ਹੋਣਾ ਹੈ। ਗੁਰੂ ਸਾਹਿਬਾਨ ਦੇ ਸਿਧਾਂਤ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਪ੍ਰਚਾਰ ਪ੍ਰਸਾਰ ਹਿੱਤ ਪੰਥ ਰੂਪੀ ਜਥੇਬੰਦੀ ਦੀ ਘਾੜਤ ਗੁਰੂ ਸਾਹਿਬ ਵੱਲੋਂ ਹੀ ਘੜੀ ਗਈ ਸੀ। ਗੁਰੂ ਉਪਦੇਸ਼ ਅਨੁਸਾਰ ਚੱਲਣ ਵਾਲਿਆਂ ਦੇ ਤਿਆਰ ਬਰ ਤਿਆਰ ਸਮੂਹ ਨੂੰ ਪੰਥ ਆਖਦੇ ਹਨ, ਜਿਸ ਵਿੱਚ ਸਿੱਖ ਨੇ ਤਨ ਮਨ ਧਨ ਨਾਲ ਹਿੱਸਾ ਲੈਣਾ ਹੈ ਤਾਂ ਹੀ ਸਿੱਖ ਪੰਥਕ ਰਹਿਣੀ ਦਾ ਹਿੱਸੇਦਾਰ ਬਣ ਸਕਦਾ ਹੈ। ਪਰ ਅਜੋਕੇ ਸਮੇਂ ਵਿੱਚ ਵੇਖਣ ਵਿੱਚ ਆ ਰਿਹਾ ਹੈ ਕਿ ਸਾਡਾ ਬਹੁਤਾ ਜੀਵਨ ਇਸ ਪੰਥਕ ਵਿਧੀ ਤੋਂ ਬਿਲਕੁਲ ਕੋਰਾ ਅਤੇ ਅਣਜਾਣ ਹੈ। ਅਫਸੋਸ ਦੀ ਗੱਲ ਹੈ ਕਿ ਸ਼ਖਸੀ ਰਹਿਣੀ ਵਿੱਚ ਵੀ ਅਤੇ ਪੰਥਕ ਰਹਿਣੀ ਵਿੱਚ ਵੀ ਬਿਲਕੁਲ ਢਿੱਲਾਪਣ ਦਿਖਾਈ ਦਿੰਦਾ ਹੈ। ਇਹ ਇੱਕ ਪ੍ਰਤੱਖ ਸੱਚਾਈ ਹੈ ਕਿ ਜਿਹੜਾ ਜੀਵਨ ਸ਼ਖਸੀ ਤੌਰ ਤੇ ਕਮਜ਼ੋਰ ਹੋਵੇਗਾ ਉਹ ਜੀਵਨ ਪੰਥਕ ਤੌਰ ਤੇ ਵੀ ਪੰਥ ਸੇਵਾ ਵਿੱਚ ਕੋਈ ਹਿੱਸਾ ਨਹੀਂ ਪਾ ਸਕੇਗਾ। ਸਿੱਖ ਦੇ ਜੀਵਨ ਦਾ ਆਧਾਰ ਬਾਣੀ ਹੈ। ਸ਼ਬਦ ਦੀ ਕਮਾਈ ਦੁਆਰਾ ਹੀ ਸਿੱਖ ਦਾ ਸ਼ਖਸੀ ਜੀਵਨ ਉੱਚਾ ਅਤੇ ਸਚਿਆਰਾ ਹੋਣਾ ਹੈ। ਗੁਰੂ ਸ਼ਬਦ ਦੀ ਕਮਾਈ ਦੁਆਰਾ ਸਵਰਿਆ ਹੋਇਆ ਜੀਵਨ ਹੀ ਸਮਾਜ ਨੂੰ ਸੇਧ ਦੇਣ ਦੀ ਤਾਕਤ ਰੱਖਦਾ ਹੈ। ਪਰ ਅੱਜ ਕੱਲ੍ਹ ਵੇਖਣ ਵਿੱਚ ਆਇਆ ਹੈ ਕਿ ਗੁਰਬਾਣੀ ਗਿਆਨ ਨਾਲੋਂ ਟੁੱਟ ਕੇ ਜਿੱਥੇ ਸਿੱਖ ਅਖਵਾਉਣ ਵਾਲੇ ਦੇ ਜੀਵਨ ਵਿੱਚ ਅਨੇਕਾਂ ਹੀ ਮਨਮਤਾਂ ਅਤੇ ਹੋਰ ਦੁਨਿਆਵੀ ਕਮਜ਼ੋਰੀਆਂ ਆ ਗਈਆਂ ਹਨ, ਉੱਥੇ ਇਸ ਦਾ ਬਹੁਤਾ ਵੱਡਾ ਨੁਕਸਾਨ ਪੰਥਕ ਇਕਸਾਰਤਾ ਨੂੰ ਪਹੁੰਚ ਰਿਹਾ ਹੈ। ਆਪਣੀ ਆਪਣੀ ਮਨਮਰਜ਼ੀ ਅਤੇ ਦੇਖਾ ਦੇਖੀ ਨੇ ਸਾਡੇ ਸਮਾਜ ਨੂੰ ਅਨੇਕਾਂ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਸ਼ਖਸੀ ਜੀਵਨ ਤੋਂ ਲੈ ਕੇ ਪੰਥਕ ਰਹਿਣੀ ਤੱਕ ਗੁਰੂ ਸਿਧਾਂਤ ਨੂੰ ਲਾਂਭੇ ਰੱਖ ਕੇ ਕੀਤੇ ਜਾ ਰਹੇ ਕਰਮ ਹਰ ਪੱਖ ਤੋਂ ਨੁਕਸਾਨ ਦੇ ਸਾਬਤ ਹੋ ਰਹੇ ਹਨ। ਅਜਿਹੀ ਹਾਲਤ ਵਿੱਚ ਇੱਕੋ ਹੀ ਹੱਲ ਬਾਕੀ ਰਹਿ ਜਾਂਦਾ ਹੈ ਕਿ ਸਿੱਖ ਆਪਣੇ ਸ਼ਖਸੀ ਜੀਵਨ ਨੂੰ ਗੁਰਬਾਣੀ ਗਿਆਨ ਦੁਆਰਾ ਬਲਵਾਨ ਬਣਾਵੇ ਅਤੇ ਇਸ ਦੇ ਨਾਲ ਹੀ ਗੁਰਬਾਣੀ ਅਤੇ ਇਤਿਹਾਸ ਤੋਂ ਸੇਧ ਲੈ ਕੇ ਆਪਣੀ ਪੰਥਕ ਏਕਤਾ ਨੂੰ ਕਾਇਮ ਰੱਖਣ ਹਿੱਤ ਤਨ ਮਨ ਧਨ ਕਰਕੇ ਕੌਮੀ ਆਸ਼ਿਆਂ ਨੂੰ ਸਮਰਪਿਤ ਹੋਵੇ। ਸਿੱਖ ਨੂੰ ਯਾਦ ਰੱਖਣਾ ਚਾਹੀਦਾ ਹੈ, ਸਿੱਖ ਦਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਹੈ। ਇਸ ਭਾਵਨਾ ਅਪਣਾਉਣ ਸਦਕਾ ਹੀ ਸਾਡਾ ਆਪਣਾ ਅਤੇ ਸਮੁੱਚੀ ਕੌਮ ਦਾ ਭਲਾ ਹੋ ਸਕਦਾ ਹੈ। ਗੁਰਬਾਣੀ ਫਰਮਾਨ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੈ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਹੋਰ
सो सिख सखा बंदप है भाई, जे गुर के भाने विच आवे, अपने भाणे जो चलै भाई, विछुड़ चोटां खावे, बिन सतगुर सुख कदे ना पावे भाई, फिर पछोतावे। गुरु पंथ सेवा केवल पखे आदते ही नहीं मुक जाती, सिख दी सारी जिंदगी परोपकार वाली है। सेवा सफल ओह है जो थोड़े जतन नाल वधीक तो वधीक हो सके। यह गल जथेबंदी दे राही हो सकती है। सिख ने इस लई शख्सी धर्म पूरा करदियां होइयां नाल ही पंथक फर्ज भी पूरे करने हन। इस जथेबंदी का नाम पंथ है। हर एक सिख ने पंथ का एक अंग होके भी अपना धर्म निभाउना है। पन्ना 27 विचार सिख धर्म विच सेवा का दायरा बड़ा ही विशाल है, जिस नूं किसी भी हद बंदी विच नहीं रखा जा सकता। गुरुद्वारा साहिब ਅਤੇ संगत तो आरंभ होके यह सारी मानवता तक फैल जाती है। विच दुनिया सेव कमाईए तां दरगाह बैसन पाईए, पर इसका आरंभ संगत तो ही हुंदा है। संगत विच बैठण नाल ਅਤੇ सेवा करन नाल मनुख विच धर्म के गुण प्रगट हुंदे हन ਅਤੇ मनुखी मन दीआं तंगियां टुटदियां हन। गुरबाणी ज्ञान राही मन की पवित्रता बनती है ਅਤੇ मन की अवस्था बदलण विच मदद प्राप्त होती है। दरअसल जिहड़ा धर्म गुरबाणी विचों मिलता है उस दी शुरुआत संगत विचों ही हुंदी है। गुरबाणी के महान विचारां नूं समझना, अपनाउणा ਅਤੇ कमाउणा ही सिख वास्ते धर्मी बनना है, क्योंकि गुरबाणी मनुखता प्रति सिख नूं उदार होण ਅਤੇ हर तरह नाल योग जीवन जीवन की प्रेरणा बख्शदी है। सेवा कोई गिनती मिनती का कर्म ਜਾਂ कोई अजिही रस्म नहीं है जिस नूं किसी कर्म ਜਾਂ समय की होंद विच रखिया जावे। सेवा ओह पवित्र जज्बा है जो धर्मी हिरदे विच प्रगट हुंदा है। जीवन विच सेवा भाव दे पैदा होण नूं गुरबाणी ने बख्शिश आख्या है। धर्मी मनुख ਜਿਹੜਾ भी कर्म करता है जिस नाल उसका ਅਤੇ बाकी मानवता का भला होवे, ਉਹ सेवा ही है। इस दे कई रूप ਅਤੇ ढंग हो सकते हैं। स्पष्ट है कि सेवा भले ਅਤੇ चंगियाई का कर्म है। सेवादार विच दूजिਆਂ प्रति समर्पण भाव हुंदा है। ਉਹ दूजिਆਂ प्रति त्याग ਅਤੇ कुर्बानी का जज्बा रखता है। अपनी अजिही पवित्र भावना ਅਤੇ अपने निजी स्वार्थ ਅਤੇ खुदगर्जी नूं हावी नहीं होण दिंदा। सिख दा जीवन गुरबाणी दी बुनियाद ਅਤੇ गुरबाणी आसरे ही खलोंदा है। इस लई गुरबाणी दे ज्ञान नाल भरपूर जीवन सेवा भाव तो सखना हो ही नहीं सकता। सिख लई सेवा दा संकल्प बहुत वड्डा है। शख्सी ਅਤੇ पंथक रहनी विच हर तरह नाल धर्म प्रति समर्पित होना ਅਤੇ दूजिਆਂ ਦੇ भले ਲਈ विचरना सिख दी जिंदगी का असूल है। सेवा ਲਈ जथेबंदी की सहूलत बहुत वड्डी हुंदी है। सिख ਲਈ सब तो वधिया जथेबंदी पंथ है, जिस राही ਉਹ मानवता की सेवा विच योगदान पाउंदा है। पंथ की होंद विच एकमिक होके ਅਤੇ इस दे वसीलियां विच हिस्सा पा के अपने तन मन धन राही सिख जी अपने जीवन नूं सफल करता है ਅਤੇ गुरमत दे असूलां नूं इवें अपने जीवन विच जिउंदा है। पंथ दे नां पुर सेवा दा कारज करदियां थोड़ा जिहा बहुता हिस्सा पा के संगती कारज हुंदा है, जिस दा किसी किस्म नाल गरूर जां हंकार नहीं रह सकदा। पंथक रूप विच केवल कर्म ਅਤੇ कर्म ਦਾ ਸਿੱਟਾ ही बाकी हुंदा है। करता तां फिर अकाल पुरख आप ही हो जाता है, क्योंकि गुरमत सिद्धांत विच संगत विच अकाल पुरख का बल मन्निया गया है। विच संगत हर प्रभ वसै जियो। इस लई जिथे सिख ने शख्सी रूप विच अपने तौर ते सेवा करनी है,
ਉਥੇ ਪੰਥਕ ਰੂਪ ਵਿੱਚ ਵਿਚਰਦਿਆਂ ਹੋਇਆਂ ਪੰਥ ਰੂਪੀ ਜਥੇਬੰਦੀ ਦੇ ਮਾਧਿਅਮ ਰਾਹੀਂ ਵੀ ਸਿੱਖੀ ਜੀਵਨ ਦੀ ਪ੍ਰਗਟਾਵਾ ਹੈ। ਸਿੱਖੀ ਜੀਵਨ ਦਾ ਪ੍ਰਗਟਾਵਾ ਹੈ। ਊੜਾ ਗੁਰੂ ਪੰਥ ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨਾਂ ਨੇ ਕੀਤੀ ਹੈ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬਣ ਕੇ ਗੁਰਿਆਈ ਸੌਂਪੀ। ਪੰਨਾ 27 ਵਿਚਾਰ ਕਿਸੇ ਵੀ ਵਿਚਾਰਧਾਰਾ ਨੂੰ ਸਥਾਪਿਤ ਕਰਨ ਅਤੇ ਉਸ ਦੀ ਸਲਾਮਤੀ ਲਈ ਅਤੇ ਉਸ ਨੂੰ ਸਦੀਵੀ ਤੌਰ ਤੇ ਚੱਲਦਿਆਂ ਰੱਖਣ ਲਈ ਕਿਸੇ ਮਜ਼ਬੂਤ ਜਥੇਬੰਦੀ ਦੀ ਸਖਤ ਲੋੜ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਘਾਲਣਾ ਘਾਲਦਿਆਂ ਲੰਬੇ ਪ੍ਰਚਾਰਕ ਦੌਰੇ ਕਰਕੇ ਮਹਾਨ ਪੁਰਖਾਂ ਦੀ ਸਰਵ ਸ੍ਰੇਸ਼ਟ ਵਿਚਾਰਧਾਰਾ ਨੂੰ ਇਕੱਠਾ ਕੀਤਾ ਅਤੇ ਉਸ ਨੂੰ ਮੰਨਣ ਵਾਲਿਆਂ ਨੂੰ ਸੰਗਠਨ ਰੂਪ ਦੇ ਕੇ ਪੱਕੇ ਪੈਰੀ ਸਥਾਪਿਤ ਕੀਤਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮਹਾਨ ਸਿਧਾਂਤਾਂ ਦੀ ਗੁਰੂ ਸਾਹਿਬਾਨ ਜੀ ਨੇ ਸੰਗਤ, ਧਰਮਸ਼ਾਲ, ਪੰਗਤ, ਕੌਮੀ ਗ੍ਰੰਥ, ਕੌਮੀ ਸਥਾਨ, ਕੌਮੀ ਤਿਉਹਾਰ, ਭਾਸ਼ਾ, ਪਹਿਰਾਵਾ, ਸਮਾਜਿਕ ਵਿਵਹਾਰ ਅਤੇ ਆਪਣੀਆਂ ਰਵਾਇਤਾਂ ਰਾਹੀਂ ਜਥੇਬੰਦਕ ਕਾਇਮੀ ਕੀਤੀ। ਇੱਕ ਮੁਕੰਮਲ ਸਮਾਜ ਵਿੱਚ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਸਾਰੀਆਂ ਬਖਸ਼ਿਸ਼ਾਂ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਤੱਕ ਲੰਬੀ ਘਾਲਣਾ ਨਾਲ ਪੰਥ ਦੀ ਹੋਂਦ ਨੂੰ ਕਾਇਮ ਕੀਤਾ ਅਤੇ ਇਸ ਨੂੰ ਪੜਾਅਵਾਰ ਪ੍ਰਫੁੱਲਤ ਕਰਦਿਆਂ ਇਸ ਨੂੰ ਸਥਾਪਿਤ ਕੀਤਾ, ਕਿਉਂਕਿ ਸਿਧਾਂਤ ਜਥੇਬੰਦੀ ਤੋਂ ਬਿਨਾਂ ਕਦੇ ਵੀ ਜੀਵਤ ਨਹੀਂ ਰਹਿੰਦਾ ਅਤੇ ਨਾ ਹੀ ਵੱਧ ਫੁੱਲ ਸਕਦਾ ਹੈ। ਸਿਧਾਂਤ ਦੀ ਕਾਇਮੀ ਵਿੱਚ ਸਮੇਂ ਦੇ ਵੇਗ ਨਾਲ ਕਈ ਚੁਣੌਤੀਆਂ ਜਨਮ ਲੈਂਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਚੁਣੌਤੀਆਂ ਦਾ ਟਾਕਰਾ ਕੇਵਲ ਜਥੇਬੰਦੀ ਨੇ ਹੀ ਕਰਨਾ ਹੁੰਦਾ ਹੈ ਅਤੇ ਸਿਧਾਂਤ ਨੂੰ ਪੱਕੇ ਪੈਰੀ ਸਮੇਂ ਦਾ ਹਾਣੀ ਬਣਾ ਕੇ ਸਥਾਪਿਤ ਕਰਨਾ ਹੁੰਦਾ ਹੈ। ਸੰਸਾਰ ਦੇ ਕਈ ਚਿੰਤਕਾਂ ਅਤੇ ਵਿਚਾਰਕਾਂ ਦੇ ਬਹੁਮੁੱਲੇ ਵਿਚਾਰ ਬਿਨਾਂ ਕਿਸੇ ਸੰਗਠਨ ਤੋਂ ਹਮੇਸ਼ਾ ਲਈ ਅਲੋਪ ਹੋ ਗਏ, ਜਿਨ੍ਹਾਂ ਤੋਂ ਮਨੁੱਖਤਾ ਨੂੰ ਕੋਈ ਲਾਭ ਨਾ ਪਹੁੰਚਿਆ। ਗੁਰੂ ਸਾਹਿਬਾਨ ਜੀ ਨੇ ਆਰੰਭ ਤੋਂ ਹੀ ਸਿਧਾਂਤ ਦੇ ਪ੍ਰਚਾਰ ਦੇ ਨਾਲ ਇਸ ਨੂੰ ਸਮਾਜ ਵਿੱਚ ਸਥਾਪਿਤ ਕਰਨ ਹਿੱਤ ਜਥੇਬੰਦੀ ਦੀ ਕਾਇਮੀ ਵੱਲ ਵੀ ਉਚੇਚਾ ਧਿਆਨ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਵੱਲੋਂ, ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖਸ਼ੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਇਸ ਮਜ਼ਬੂਤ ਸੰਗਠਨ ਨੂੰ ਸਿੱਕੇ ਬੰਦ ਕਰਦਿਆਂ ਪਹਿਰਾਵਾ ਅਤੇ ਪੱਕੇ ਨਿਯਮਾਂ ਵਿੱਚ ਬੰਨ੍ਹ ਦਿੱਤਾ। ਇਸ ਸੰਗਠਨ ਵਿੱਚ ਵਿਲੱਖਣਤਾ ਇਹ ਸੀ ਕਿ ਜਿੱਥੇ ਇਸ ਨੂੰ ਹੋਰ ਹਰ ਪਾਸੇ ਤੋਂ ਮਜ਼ਬੂਤ ਅਤੇ ਮੁਕੰਮਲਤਾ ਦਿੱਤੀ, ਉੱਥੇ ਇਸ ਨੂੰ ਆਪਣਾ ਰੂਪ ਅਤੇ ਬਹੁਤੇ ਹੱਕਾਂ ਹਕੂਕਾਂ ਨਾਲ ਨਿਵਾਜਿਆ। ਸੰਸਾਰ ਦੇ ਕਿਸੇ ਵੀ ਧਰਮ ਮੋਢੀ ਨੇ ਅਜਿਹੇ ਅਧਿਕਾਰ ਆਪਣੇ ਉੱਤਰਾਅਧਿਕਾਰੀਆਂ ਅਤੇ ਜਥੇਬੰਦੀ ਨੂੰ ਨਹੀਂ ਦਿੱਤੇ। ਗੁਰਮਤ ਮਾਰਗ ਦੇ ਪਾਂਧੀ ਅਤੇ ਸਿੱਖ ਸਿਧਾਂਤਾਂ ਨੂੰ ਰੂਹ ਦੀਆਂ ਡੂੰਘਾਈਆਂ ਤੋਂ ਪਿਆਰਨ ਵਾਲੇ, ਜਿਉਣ ਵਾਲੇ ਮਰਜੀਵੜੇ ਗੁਰਸਿੱਖਾਂ ਨੂੰ, ਜਿਨ੍ਹਾਂ ਨੇ ਰਹਿਣੀ ਬਹਿਣੀ ਅਤੇ ਕਹਿਣੀ ਕਰਕੇ ਗੁਰੂ ਨੂੰ ਆਪਣੇ ਅੰਤਰ ਆਤਮਾ ਵਿੱਚ ਵਸਾਇਆ ਹੋਵੇ ਅਤੇ ਜਿਨ੍ਹਾਂ ਗੁਰੂ ਸਿਧਾਂਤਾਂ ਨੂੰ ਕਮਾਉਣ ਅਤੇ ਪ੍ਰਚਾਰਨ ਦੀਆਂ ਨੀਤੀਆਂ ਨੂੰ ਸਮਝਿਆ ਹੈ, ਅਜਿਹੇ ਗੁਰਸਿੱਖਾਂ ਦੇ ਸਮੂਹ ਨੂੰ ਗੁਰੂ ਪੰਥ ਕਿਹਾ ਜਾਂਦਾ ਹੈ। ਦਰਅਸਲ ਗੁਰੂ ਸਾਹਿਬਾਨ ਵੱਲੋਂ ਫਰਮਾਏ ਇਸ ਮਹਾਨ ਕਥਨ ਨੂੰ ਜ਼ਾਹਰਾ ਤੌਰ ਤੇ ਅਮਲੀ ਜਾਮਾ ਹੀ ਪਹਿਨਾਇਆ ਗਿਆ। ਗੁਰੂ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, RAM ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਨ ਸੁਭਾਏ। ਖਾਲਸਾ ਪੰਥ ਨੂੰ ਆਪਣਾ ਰੂਪ ਅਤੇ ਅਧਿਕਾਰ ਦੇ ਕੇ ਗੁਰੂ ਸਾਹਿਬਾਨ ਜੀ ਨੇ ਸੰਸਾਰ ਦੇ ਇਤਿਹਾਸ ਵਿੱਚ ਇੱਕ ਵੱਖਰਾ ਅਤੇ ਨਿਵੇਕਲਾ ਅਧਿਆਇ ਜੋੜ ਦਿੱਤਾ। ਪਰ ਇਸ ਦੇ ਨਾਲ ਹੀ ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਥ ਕਿਸੇ ਇੱਕ ਛੋਟੇ ਜਿਹੇ ਜਥੇ ਜਾਂ ਸੰਪਰਦਾ ਦਾ ਨਾਂ ਨਹੀਂ ਹੈ ਅਤੇ ਨਾ ਹੀ ਕਿਤੇ
ਦੋ ਚਾਰ ਜਾਣਿਆਂ ਦੇ ਇਕੱਠ ਨੂੰ ਗੁਰੂ ਪੰਥ ਆਖਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿੱਚ ਸੰਪਰਦਾਵਾਂ ਅਤੇ ਕੁਝ ਇੱਕ ਅੱਧ ਸੰਸਥਾਵਾਂ ਨੂੰ ਪੰਥ ਦਾ ਰੁਤਬਾ ਦੇਣ ਦੀ ਕੁਚਾਲ ਚੱਲੀ ਜਾ ਰਹੀ ਹੈ, ਜੋ ਕਿ ਸਿੱਖ ਸਿਧਾਂਤਾਂ ਅਤੇ ਸਿੱਖ ਸੋਚ ਤੋਂ ਬਿਲਕੁਲ ਉਲਟ ਹੈ। ਤਿਆਰ ਬਰ ਤਿਆਰ ਜੋ ਸਰੂਪ ਅਤੇ ਸਿਧਾਂਤ ਕਰਕੇ ਗੁਰਬਾਣੀ ਨੂੰ ਸਮਰਪਿਤ ਹਨ ਦੇ ਸਮੂਹ ਨੂੰ ਪੰਥ ਆਖਿਆ ਜਾਂਦਾ ਹੈ। ਅੱਜ ਲੋੜ ਹੈ ਸਿੱਖ ਪੰਥ ਆਪਣੇ ਨਿਰਾਲੇ ਸਰੂਪ ਅਤੇ ਆਪਣੀ ਹੋਂਦ ਨੂੰ ਸੰਸਾਰ ਸਾਹਮਣੇ ਬੜੀ ਸ਼ਿੱਦਤ ਨਾਲ ਰੱਖੇ, ਤਾਂ ਕਿ ਜਿੱਥੇ ਗੁਰਬਾਣੀ ਸਿਧਾਂਤ ਦੀ ਕਾਇਮੀ ਯਕੀਨੀ ਬਣਾਈ ਜਾ ਸਕੇ, ਉੱਥੇ ਪੰਥ ਦੀ ਬਰਾਬਰਤਾ ਦੀਆਂ ਕੁਚਾਲਾਂ ਨੂੰ ਵੀ ਠੱਲ ਪੈ ਸਕੇ। ਪੁਸਤਕ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੀ ਵਿਚਾਰ, ਲੇਖਕ ਭਾਈ ਹਰਜਿੰਦਰ ਸਿੰਘ ਸਭਰਾ, ਆਵਾਜ਼ ਭਾਈ ਸੰਦੀਪ ਸਿੰਘ ਖਾਲੜਾ। ਵਾਹਿਗੁਰੂ ਜੀ ਕਾ ਖਾਲਸਾ।